ਕੱਲ੍ਹ ਚੰਡੀਗੜ੍ਹ ਯੂਟੀ ਗੈਸਟ ਹਾਊਸ ਵਿੱਚ ਇੱਕ ਪੁਸਤਕ ਰਿਲੀਜ਼ ਕੀਤੀ ਗਈ ਸੀ ਜੋ ਕਿ ਬਿਲਡਿੰਗ ਏ ਸਸਟੇਨੇਬਲ ਐਂਡ ਬਾਇਓਡਾਇਵਰਸ ਆਰਗੈਨਿਕ ਫਾਰਮਿੰਗ ਦੇ ਉੱਤੇ ਹੈ। ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਇਸ ਸਮੇਂ ਜੋ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹੜਾ ਹੈ ਖੇਤੀਬਾੜੀ ਦਾ ਜੋ ਇਹ ਕਿੱਤਾ ਹੈ ਕੋਈ ਜ਼ਿਆਦਾ ਇੰਨਾ ਲਾਹੇਵੰਦ ਨਹੀਂ ਰਿਹਾ। ਉਹਦੇ ਪਿੱਛੇ ਕਈ ਕਾਰਨ ਹਨ ਅਤੇ ਸਾਡੇ ਨਾਲ ਇਸ ਸਮੇਂ ਅਰਸ਼ਦੀਪ ਬੱਗਾ ਜੀ ਅਤੇ ਸਰਬਜੀਤ ਸਿੰਘ ਬਾਗਾ ਜੀ ਜਿਨ੍ਹਾਂ ਨੇ ਇਸ ਦੇ ਉੱਤੇ ਹੀ ਇਹ ਪੁਸਤਕ ਲਿਖੀ ਹੈ ਜੋ ਹਾਲੇ ਇੰਗਲਿਸ਼ ਵਿੱਚ ਹੈ, ਇਹ ਬਾਅਦ 'ਚ ਪੰਜਾਬੀ ਐਂਡ ਹਿੰਦੀ 'ਚ ਵੀ ਇਹ ਰਿਲੀਜ਼ ਹੋਏਗੀ। ਅਤੇ ਇਸ ਦੇ ਵਿੱਚ ਉਹਨਾਂ ਨੇ ਇਹੀ ਜ਼ਿਕਰ ਕੀਤਾ ਹੈ ਕਿ ਜਿਹੜੀ ਸਾਡੀ ਖੇਤੀਬਾੜੀ ਹੈ ਇਹ ਕਿਵੇਂ ਸਸਟੇਨੇਬਲ ਕਿਵੇਂ ਲਾਹੇਵੰਦ ਬਣਾਈ ਜਾਵੇ ਅਤੇ ਇਸ ਦੇ ਉੱਤੇ ਹੀ ਇਹਨਾਂ ਨੇ ਸਾਰਾ ਇਸ ਬੁੱਕ ਦੇ ਵਿੱਚ ਜ਼ਿਕਰ ਕੀਤਾ ਹੈ। ਅਤੇ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸੰਗੋਲ ਟਾਈਮ ਨਿਊਜ਼ ਦੇ ਵਿੱਚ। ਅਤੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਚਾਨਣਾ ਪਾਓ ਵੀ ਇਸ ਬੁੱਕ ਦੇ ਵਿੱਚ ਤੁਸੀਂ ਕਿਵੇਂ ਇਹ ਜਿਹੜੀ ਲਿਖਿਆ ਦੱਸਿਆ ਇਹਦੇ ਵਿੱਚ ਵੀ ਇਹ ਜਿਹੜੀ ਸਾਡੀ ਖੇਤੀਬਾੜੀ ਹੈ ਇਹ ਲਾਹੇਵੰਦ ਹੋ ਸਕਦੀ, ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਪਿੱਛੇ ਜੇ ਕਈ ਸਾਲਾਂ 'ਚ ਕਿਸਾਨ ਜੋ ਹੈ ਮਿਸਮੈਨੇਜਮੈਂਟ ਕਹਿ ਲਓ ਜਾਂ ਜੋ ਵੀ ਰਵਾਇਤੀ ਖੇਤੀਬਾੜੀ ਕਰ ਰਹੇ ਨੇ ਉਹ ਕਣਕ ਦੇ ਉੱਤੇ ਜਾਂ ਝੋਨੇ ਦੇ ਉੱਤੇ ਉਹ ਕੋਈ ਉਹਦੇ ਮਤਲਬ ਪ੍ਰੋਫਿਟ ਨਹੀਂ ਹੁੰਦਾ, ਉਹਨਾਂ ਨੂੰ ਲੋਸ ਹੀ ਰਹਿੰਦਾ ਅਤੇ ਫੈਮਿਲੀ ਦੇ ਵੀ ਖਰਚੇ ਪੂਰੇ ਨਹੀਂ ਹੁੰਦੇ ਜਿਹੜੇ ਛੋਟੇ ਫਾਰਮਰਸ ਨੇ। ਸੋ ਥੋੜ੍ਹਾ ਜਿਹਾ ਤੁਸੀਂ ਕਲੀਅਰ ਕਰੋ ਵੀ ਹਾਊ ਇਟ ਇਜ਼ ਪੋਸੀਬਲ ਵੀ ਇਹ ਸਾਡਾ ਜਿਹੜਾ ਕਿੱਤਾ ਹੈ ਲਾਹੇਵੰਦ ਹੋਵੇ ਕਿਸਾਨਾਂ ਨੂੰ। ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਹੁਣ ਸਾਡੇ ਜਿੰਨੇ ਵੀ ਪੰਜਾਬ ਦੇ ਕਿਸਾਨ ਹਨ ਉਹ ਇਸ ਵੇਲੇ ਸਿਰਫ 2 ਹੀ ਫਸਲਾਂ ਬੀਜਦੇ ਆ, ਕਣਕ ਐਂਡ ਝੋਨਾ। ਅਤੇ ਝੋਨਾ ਜਿਹੜਾ ਉਹ ਬੀਜਦੇ ਆ ਉਹ ਵਾਲਾ ਹੀ ਆਈਟਮ ਹੈਗੀ ਆ ਰਾਈਸ, ਜਿਹੜੇ ਕਿ ਉਹ ਕਦੀ ਖਾਂਦੇ ਨਹੀਂ ਆ, ਮਤਲਬ ਆਪਣਾ ਪਾਣੀ ਯੂਜ਼ ਕਰਦੇ ਆ ਸਾਰਾ, ਆਪਣੀ ਲੈਂਡ ਵੀ ਖਰਾਬ ਕਰਦੇ ਆ ਅਤੇ ਉਹ ਝੋਨਾ ਕੋਈ ਬੰਦਾ ਇੱਥੇ ਉਹ ਵਾਲਾ ਨਹੀਂ ਖਾਂਦਾ। ਅਤੇ ਐਂਡ ਰਿਜ਼ਲਟ ਇਹ ਹੁੰਦਾ ਆ ਵੀ ਸਾਡੇ ਸਾਰੇ ਹੀ ਕਿਸਾਨ ਚਾਹੇ ਕੋਈ 40 ਏਕੜ ਦਾ ਮਾਲਕ ਆ ਚਾਹੇ 20 ਏਕੜ ਦਾ, ਉਹ ਕਣਕ ਅਤੇ ਝੋਨਾ ਉਗਾ ਕੇ ਉਹਨੂੰ ਵੇਚਦਾ ਅਤੇ ਵੇਚਣ ਤੋਂ ਬਾਅਦ ਆਪਣੀ ਘਰ ਦੀਆਂ ਸਾਰੀਆਂ ਜ਼ਰੂਰਤਾਂ ਜਿਹੜੀਆਂ ਉਹ ਮਾਰਕੀਟ 'ਚੋਂ ਪਰਚੇਜ਼ ਕਰਦਾ। ਅਸੀਂ ਇੱਕ ਇਸ ਬੁੱਕ ਦੇ ਵਿੱਚ ਵੀ ਐਨਾਲਿਸਿਸ ਕੀਤਾ ਵੀ ਜਿਹੜੀ ਇੱਕ ਹਾਊਸ ਹੋਲਡ ਜਿਹੜੀ ਫੈਮਿਲੀ ਆ 5-6 ਬੰਦਿਆਂ ਦੀ, ਉਸ ਫੈਮਿਲੀ ਦੀ ਜਿਹੜੀ ਮਤਲਬ ਸਾਰੀ ਫੂਡ ਰਿਕੁਆਇਰਮੈਂਟ ਆ ਇਨਕਲੂਡਿੰਗ ਫਰੂਟ ਵੈਜੀਟੇਬਲ ਗ੍ਰੇਨਸ ਤੇਲ, ਉਹ ਸਾਰੀ ਜਿਹੜੀ ਆ ਕੋਈ 1.5 ਲੱਖ ਰੁਪਇਆ ਮਤਲਬ ਇੱਕ ਫੈਮਿਲੀ ਦੀ ਰਿਕੁਆਇਰਮੈਂਟ ਹੈ। ਅੱਛਾ, ਜਦ ਕਿ ਉਹ ਜਿਹੜੇ ਕਿਸਾਨ ਕੰਮ ਕਰਦੇ ਆ ਉਹ ਕਣਕ ਅਤੇ ਝੋਨਾ ਜੋ ਨਾਰਮਲ MSP 'ਤੇ ਵੇਚ ਕੇ ਅਤੇ ਉਹ ਸਾਰਾ ਹੀ ਕੋਈ 95,000 90,000 ਦਾ ਉਹ ਆਈਟਮ ਹੈਗੀ ਆ ਪਰ ਏਕੜ। ਹੁਣ ਕਿਉਂਕਿ ਸਾਡੀ ਜਿੱਦਾਂ ਆਮ ਤੌਰ 'ਤੇ ਹਾਊਸ ਹੋਲਡ ਮਤਲਬ ਜ਼ਮੀਨ ਬੜੀ ਘਟੀ ਜਾਂਦੀ ਆ, ਡਿਵੀਜ਼ਨ ਹੋ ਗਈ ਆ, ਅਤੇ ਬਹੁਤ ਸਾਰੇ ਕਿਸਾਨ ਇੱਦਾਂ ਦੇ ਆ ਜਿਨ੍ਹਾਂ ਕੋਲ 1 ਏਕੜ 2 ਏਕੜ ਇੰਨੀਆਂ ਜ਼ਮੀਨਾਂ ਰਹਿ ਗਈਆਂ। ਅਗਰ ਉਹ ਕਿਸਾਨ ਕਣਕ ਅਤੇ ਝੋਨਾ ਬੀਜ ਕੇ ਅਤੇ ਮਾਰਕੀਟ 'ਚ ਵੇਚਣਗੇ ਅਤੇ ਸਾਰਾ ਸਾਲ ਆਪਣੀ ਫੈਮਿਲੀ ਨੂੰ ਰੋਟੀ ਖਿਲਾਉਣਗੇ, ਉਹ ਨਹੀਂ ਖਿਲਾ ਸਕਦੇ, ਪੋਸੀਬਲ ਨਹੀਂ ਆ। ਅਸੀਂ ਜੋ ਇਸ ਮਾਡਲ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ 1 ਏਕੜ ਜ਼ਮੀਨ ਨੂੰ ਅਗਰ ਇੱਕ ਫਾਰਮਰ ਆਪਣੀ ਫੈਮਿਲੀ ਲਈ ਰੱਖੇ ਅਤੇ ਉਹਦੇ 'ਚੋਂ ਉਹਦੀ ਸਾਰੀ ਰਿਕੁਆਇਰਮੈਂਟ ਆਫ ਗ੍ਰੇਨਸ, ਦਾਲ, ਆਪਣਾ ਕਣਕ ਹੋ ਗਈ ਅਤੇ ਆਪਣੇ ਦਾਲਾਂ ਹੋ ਗਈਆਂ, ਸਾਰੀਆਂ ਦਾਲਾਂ ਹੋ ਗਈਆਂ ਮੋਟੀਆਂ, ਫਿਰ ਉਸ ਤੋਂ ਬਾਅਦ ਉਹਦੇ ਤੇਲ ਵਾਲੀਆਂ ਆਈਟਮ ਹੋ ਗਈ, ਸਰੋਂ ਹੋ ਗਈ, ਅਤੇ ਪਲੱਸ ਸਬਜ਼ੀਆਂ, ਅਤੇ ਇਨ ਐਡੀਸ਼ਨ ਟੂ ਦੈਟ ਫਰੂਟਸ। ਅਸੀਂ ਇਹਦੇ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਦਾ ਮਾਡਲ ਸੀਗਾ ਉਹ ਨਿਊਟ੍ਰੀਸ਼ਨ ਗਾਰਡਨ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਲੁਧਿਆਣੇ ਦਾ, ਉਹ ਨਿਊਟ੍ਰੀਸ਼ਨ ਗਾਰਡਨ, ਉਹ ਕਹਿੰਦੇ ਆ ਵੀ ਤੁਸੀਂ 1.5 ਕਨਾਲ ਦੇ ਵਿੱਚ ਗ੍ਰਿਡ ਬਣਾ ਕੇ 20 ਟਰੀਜ਼ ਲਗਾ ਲਓ ਆਫ 15 ਵਰਾਇਟੀਜ਼, ਅਤੇ ਉਹਦੇ ਨਾਲ ਤੁਹਾਡੀ ਫੈਮਿਲੀ ਦੀ ਸਾਰੀ ਜਿਹੜੀ ਨਿਊਟ੍ਰੀਸ਼ਨ ਆ ਮਤਲਬ ਜਿਹੜੀ ਫਰੂਟ ਤੋਂ ਪੈਦਾ ਹੋਣ ਉਹ ਸਾਰੀ ਪੂਰੀ ਹੋ ਜਾਂਦੀ ਹੈ ਪੂਰੇ ਸਾਲ ਦੀ। ਸਾਰੇ ਸਾਲ 'ਚ ਆਪਾਂ ਨੂੰ ਕੁਛ ਨਾ ਕੁਛ ਮਿਲਦਾ ਰਹੇਗਾ। ਅਸੀਂ ਆਪਣੇ ਫਾਰਮ ਦੇ ਇਸ 1 ਏਕੜ ਦੇ ਫਾਰਮ ਦੇ ਵਿੱਚ ਅਸੀਂ ਉਸ ਨਾਲੋਂ ਡਬਲ ਮਤਲਬ 45 ਦੇ ਕਰੀਬ ਅਸੀਂ ਟਰੀਜ਼ ਲਗਾਏ ਆਫ 18 ਵਰਾਇਟੀਜ਼, ਮਤਲਬ 2 ਸਾਲ ਤੱਕ ਉਹਨਾਂ ਦਾ ਫਲ ਆਉਣਾ ਸ਼ੁਰੂ ਹੋ ਜਾਏਗਾ। ਵੈਜੀਟੇਬਲਸ ਅਸੀਂ ਪਹਿਲਾਂ ਹੀ ਉਹਦੇ ਵਿੱਚ ਲਗਾ ਰਹੇ ਹਾਂ ਜਿਹੜੀਆਂ ਕਿ ਸਰਪਲਸ ਆ ਸਾਡੀਆਂ 2-3 ਫੈਮਿਲੀਜ਼ ਲਈ। ਗ੍ਰੇਨਸ ਮਤਲਬ ਸਰੋਂ ਵਗੈਰਾ ਉਹ ਸਾਡਾ ਸਾਰਾ ਕੁਛ ਆਪਣਾ ਹੋ ਰਿਹਾ ਅਤੇ ਸਾਰਾ ਹੀ ਔਰਗੈਨਿਕ ਆ। ਅਸੀਂ ਇਹਦੇ 'ਚ ਕੋਈ ਪੈਸਟੀਸਾਈਡ ਕੋਈ ਆਪਣਾ ਆਰਟੀਫਿਸ਼ੀਅਲ ਕੈਮੀਕਲ ਕੁਛ ਨਹੀਂ ਪਾਉਂਦੇ। ਅਤੇ ਅਸੀਂ ਇਹਦੇ 'ਚ ਸਾਬਤ ਕਰਨਾ ਚਾਹੁੰਦੇ ਵੀ ਇਹਦੇ ਨਾਲ ਇੱਕ ਜਿਹੜਾ 1 ਜਾਂ 2 ਜਾਂ 3 ਏਕੜ ਦਾ ਫਾਰਮਰ ਆ ਮਾਲਕ, ਉਹ ਆਪਣੇ 1 ਏਕੜ ਦੇ ਵਿੱਚੋਂ ਆਪਣੀ ਫੈਮਿਲੀ ਦੀ ਟੋਟਲ ਈਟਿੰਗ ਰਿਕੁਆਇਰਮੈਂਟ ਆ ਜਿਹੜੀ ਉਹਦੀ ਫੂਡ ਦੀ ਰਿਕੁਆਇਰਮੈਂਟ ਆ ਉਹ 1 ਏਕੜ 'ਚੋਂ ਪੂਰੀ ਕਰ ਸਕਦਾ। ਅਤੇ ਉਹਨੂੰ ਸੈਲਫ ਸਫੀਸ਼ੀਐਂਟ ਮਾਡਲ ਜਿਹੜਾ ਸੈਲਫ ਸਫੀਸ਼ੀਐਂਸੀ ਆ। ਜਦਕਿ ਦੂਜੇ ਬੰਨੇ ਜੇ ਉਹ ਕਣਕ ਝੋਨਾ ਬੀਜੇਗਾ ਤਾਂ ਉਹਦੇ 'ਚੋਂ ਤਾਂ 2 ਕਿੱਲਿਆਂ ਦੇ ਵਿੱਚੋਂ ਉਹਨੂੰ ਕੀ ਮਿਲਣਾ, ਉਹਦੇ 'ਚ ਲੱਖ ਰੁਪਈਆ ਵੀ ਨਹੀਂ ਮਿਲਣਾ, ਅਤੇ ਲੱਖ ਰੁਪਏ ਦੇ ਵਿੱਚ ਤਾਂ ਉਹਦਾ ਮਤਲਬ ਕੁਛ ਵੀ ਨਹੀਂ ਆਉਂਦਾ ਨਾ। ਬਾਅਦ ਵਿੱਚ ਫਿਰ ਆਪ ਹੀ ਉਹ ਫਰੂਟਸ ਐਂਡ ਵੈਜੀਟੇਬਲ ਮਹਿੰਗੇ ਰੇਟ 'ਤੇ ਖਰੀਦਦਾ, ਬਹੁਤ ਹੀ ਹਰ ਆਈਟਮ ਖਰੀਦਦਾ ਉਹ ਮਹਿੰਗੇ ਰੇਟ 'ਤੇ। ਅਤੇ ਅਸੀਂ ਇਹਦੇ ਵਿੱਚ ਇਹੀ ਸਾਬਤ ਕਰ ਰਹੇ ਹਾਂ ਵੀ ਇੱਕ ਤਾਂ ਔਰਗੈਨਿਕ ਹੋਵੇ ਔਰ ਇੱਕ ਇਹ ਸੈਲਫ ਸਫੀਸ਼ੀਐਂਸੀ ਹੋਵੇ। ਮਤਲਬ ਹੁਣ ਇਹਦੇ ਵਿੱਚ ਅਸੀਂ ਬਿਲਕੁਲ ਇਹ ਸਾਬਤ ਕਰ ਰਹੇ ਹਾਂ ਮਤਲਬ। ਠੀਕ ਹੈ, ਤਾਂ ਇਹੀ ਚੀਜ਼ ਅਸੀਂ ਆਪਣੇ ਤਜਰਬੇ ਜਿਹੜੇ ਆ ਬੁੱਕ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ,
ਅਰਸ਼ਦੀਪ ਜੀ, ਤੁਸੀਂ USA 'ਚ ਵੀ 6 ਸਾਲ ਰਹੇ ਹੋ ਐਜ਼ ਅ ਸਾਇੰਟਿਸਟ ਕੰਮ ਕੀਤਾ, ਉਹਦੇ ਬਾਵਜੂਦ ਵੀ ਤੁਸੀਂ ਭਾਰਤ ਵਾਪਸ ਆ ਗਏ। ਤੇ ਕੀ ਤੁਹਾਡੀਆਂ ਉੱਥੇ ਪ੍ਰਾਪਤੀਆਂ ਰਹੀਆਂ? ਤੇ ਤੁਸੀਂ, ਕਿਉਂਕਿ ਲੋਕੀ ਅਮਰੀਕਾ 'ਚ ਜਾ ਕੇ ਸੈਟਲ ਹੋਣਾ ਮੰਗਦੇ ਨੇ, ਇੰਨੇ ਪੈਸੇ ਖਰਚ ਕੇ ਜਾਂਦੇ ਆ, 50 ਲੱਖ 60 ਲੱਖ, ਉਹਦੇ ਬਾਵਜੂਦ ਤੁਸੀਂ ਇੰਡੀਆ ਵਾਪਸ ਆ ਗਏ। ਆਪਣਾ ਤਜਰਬਾ ਸਾਡੇ ਨਾਲ ਸ਼ੇਅਰ ਕਰੋ ਵੀ ਉਹ ਕੀ ਵਜ੍ਹਾ ਹੈ, ਤੇ ਤੁਸੀਂ ਕੀ ਹੋਰ ਚੀਜ਼ਾਂ ਵੀ ਉੱਥੇ ਜਿਹੜੀਆਂ ਆਪਣੀ ਰਿਸਰਚ ਵਿੱਚ ਇਸ ਬੁੱਕ ਦੇ ਵਿੱਚ ਲਿਖੀਆਂ, ਪਲੀਜ਼। ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੋਨਿਕਸ ਦੀ ਡਿਗਰੀ ਕਰੀ ਤੀ। ਉਸ ਤੋਂ ਬਾਅਦ ਹਾਂਜੀ ਚੰਡੀਗੜ੍ਹ ਤੋਂ ਫਿਰ ਮੈਂ 2 ਸਾਲ ਬੈਂਗਲੌਰ 'ਚ ਸੌਫਟਵੇਅਰ ਇੰਜੀਨੀਅਰ ਦੀ ਜੌਬ ਕਰੀ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਹਾਇਰ ਐਜੂਕੇਸ਼ਨ ਲਈ ਮਾਸਟਰਸ ਕਰਨ ਲਈ ਉੱਥੇ ਅਟਲਾਂਟਾ ਜਾਰਜੀਆ ਟੈਕ ਯੂਨੀਵਰਸਿਟੀ ਹੈ, ਉੱਥੇ ਚਲੇ ਗਿਆ ਮੈਂ। ਅਤੇ ਉੱਥੋਂ ਮਾਸਟਰਸ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਰਿਸਰਚ ਸਾਇੰਟਿਸਟ ਦੀ ਉੱਥੇ ਮੈਨੂੰ ਜੌਬ ਮਿਲ ਗਈ ਯੂਨੀਵਰਸਿਟੀ ਦੇ ਵਿੱਚ ਹੀ। ਅਤੇ ਯੂਨੀਵਰਸਿਟੀ ਦਾ ਜਿਸ ਤਰ੍ਹਾਂ ਉਹਨਾਂ ਦਾ ਸੀਗਾ ਪਲਾਨ ਕਿ ਇੰਡੀਆ 'ਚ ਵੀ ਇੱਕ ਕੈਂਪਸ ਛੋਟਾ ਜਿਹਾ ਬਣਾਉਣਗੇ, ਅਤੇ ਉਹਦੇ ਵਾਸਤੇ ਉਹਨਾਂ ਨੇ ਫਿਰ ਮੈਨੂੰ ਇਹ ਜੌਬ ਦਿੱਤੀ। ਅਤੇ ਮੈਂ ਇੰਡੀਆ ਵੀ ਮਤਲਬ ਆਉਂਦਾ ਰਹਿੰਦਾ ਸੀ ਕੁਛ ਮਹੀਨਿਆਂ ਬਾਅਦ, ਅਤੇ ਇੱਥੇ ਦੇ ਵੀ ਕੁਛ ਰਿਸਰਚ ਪ੍ਰੋਜੈਕਟ ਸੀਗੇ, ਗਵਰਨਮੈਂਟ ਫੰਡਡ ਪ੍ਰੋਜੈਕਟ ਸੀਗੇ, ਜਿਹੜੇ ਕਿ ਯੂਨੀਵਰਸਿਟੀ ਦੇ ਵਿੱਚ ਆਪਾਂ ਰਿਸਰਚ ਕਰਕੇ ਉਹਨਾਂ ਨੂੰ ਰਿਪੋਰਟਸ ਦਿੰਦੇ ਸੀਗੇ ਗਵਰਨਮੈਂਟ ਨੂੰ, ਅਤੇ ਉਹ ਅਸੀਂ ਕਾਫੀ ਪ੍ਰੋਜੈਕਟਸ ਕੀਤੇ। ਉਸ ਤੋਂ ਬਾਅਦ ਮੇਰਾ ਮਨ ਉੱਥੇ ਅਮਰੀਕਾ 'ਚ ਸੈਟਲ ਹੋਣ ਦਾ ਨਹੀਂ ਸੀ ਕਦੀ ਵੀ। ਜਦ ਵੀ ਮੈਂ ਪੜ੍ਹਾਈ ਕਰਨ ਲਈ ਗਿਆ ਸੀਗਾ ਤਾਂ ਮੈਂ ਸ਼ੁਰੂ ਤੋਂ ਸੋਚ ਕੇ ਗਿਆ ਸੀਗਾ ਕਿ ਕੁਝ ਸਾਲ ਮੈਂ ਆਪਣੀ ਰਿਸਰਚ ਕਰਾਂਗਾ, ਆਪਣਾ ਕਰੀਅਰ ਬਣਾਵਾਂਗਾ, ਤਾਂ ਫਿਰ ਵਾਪਸ ਹੀ ਆ ਜਾਵਾਂਗਾ। ਅਤੇ ਸਭ ਤੋਂ ਬੜਾ ਕਾਰਨ ਸੀਗਾ ਕਿ ਜਿਹੜੇ ਸਾਡੇ ਰੂਟਸ ਹੈ ਦੇਵਰ ਕਾਲਿੰਗ, ਮਤਲਬ ਮੇਰਾ ਸੀਗਾ ਕਿ ਮੈਂ ਇੰਡੀਆ ਆ ਕੇ ਹੀ ਆਪਣਾ ਬਾਕੀ ਦਾ ਟਾਈਮ ਇੱਥੇ ਸਪੈਂਡ ਕਰਾਂ ਆਪਣੀ ਫੈਮਿਲੀ ਦੇ ਨਾਲ। ਉੱਥੇ ਸੋਸ਼ਲ ਪ੍ਰੋਬਲਮਸ ਮੈਨੂੰ ਲੱਗੀਆਂ, ਅਤੇ ਕਾਫੀ ਇਸ਼ੂਜ਼ ਸੀਗੇ ਜੋ ਕਿ ਮਤਲਬ ਆਪਾਂ ਨਹੀਂ, ਚਲੋ ਹੁਣ ਮੈਂ ਨਹੀਂ ਗੱਲ ਕਰਾਂਗਾ, ਬਟ ਚਲੋ ਪੜ੍ਹਾਈ ਵਾਸਤੇ ਬਹੁਤ ਵਧੀਆ ਚੀਜ਼ ਹੈ ਕਿ ਤੁਸੀਂ ਜ਼ਰੂਰ ਬਾਹਰ ਜਾਓ, ਪੜ੍ਹਾਈ ਕਰਕੇ ਆਓ, ਉੱਥੇ ਦਾ ਐਕਸਪੀਰੀਅੰਸ ਲਓ, ਉੱਥੇ ਦੀ ਕੰਪਨੀਆਂ 'ਚ ਵੀ ਕੰਮ ਕਰੋ। ਪਰ ਅਲਟੀਮੇਟਲੀ ਇੱਕ ਪੁਆਇੰਟ ਤੋਂ ਬਾਅਦ ਆਪਣੀ ਕੰਟਰੀ 'ਚ ਆ ਕੇ ਜੋ ਤੁਹਾਨੂੰ ਸਕੂਨ ਮਿਲਦਾ ਹੈ ਉਹ ਕਿਤੇ ਨਹੀਂ ਮਿਲ ਸਕਦਾ ਹੈ। ਔਰ ਜੋ ਆਪਣੀ ਕੰਟਰੀ 'ਚ ਤੁਹਾਨੂੰ ਕੰਮ ਦੀ ਫਰੀਡਮ ਹੈ ਜਾਂ ਜੋ ਵੀ ਹੈ, ਮਤਲਬ ਉੱਥੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਆ ਜਾਂਦੀਆਂ ਹੈ। ਤੁਸੀਂ ਸਾਰੀ ਉਮਰ ਪਹਿਲਾਂ ਤਾਂ ਵੀਜ਼ਾ ਲਈ ਤਰਸਦੇ ਰਹਿੰਦੇ ਆ ਕਿ ਮੇਰਾ ਵਰਕ ਵੀਜ਼ਾ ਲੱਗੇਗਾ, ਫਿਰ ਵਰਕ ਵੀਜ਼ੇ ਤੋਂ ਬਾਅਦ ਫਿਰ ਗ੍ਰੀਨ ਕਾਰਡ ਦੀ ਰੇਸ ਵਿੱਚ ਚਲੇ ਜਾਂਦੇ ਆ। ਅਤੇ ਹੁਣ ਉੱਥੇ ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਗ੍ਰੀਨ ਕਾਰਡ ਦੀ ਰੇਸ 'ਚ ਜਿਹੜੇ ਲੱਗੇ ਹੋਏ ਹੈ, ਪਿੱਛੇ ਇੱਕ ਸਟੱਡੀ ਹੋਈ ਸੀਗੀ ਕਿ 90 ਸਾਲ ਦਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ ਅਗਰ ਨਾਰਮਲ ਪ੍ਰੋਸੈਸ ਦੇ ਥਰੂ ਗ੍ਰੀਨ ਕਾਰਡ ਕਰਨਾ ਹੈ। ਅਤੇ ਮੇਰੇ ਬਹੁਤ ਸਾਰੇ ਜਿਹੜੇ ਕਲਾਸਮੇਟਸ ਵੀ ਗ੍ਰੈਜੂਏਟ ਹੋਏ ਸੀਗੇ, ਉਹਨਾਂ ਨੂੰ ਵੀ ਇਹੀ ਸਮੱਸਿਆ ਆ ਰਹੀ ਹੈ ਕਿ ਉਹਨਾਂ ਨੂੰ 10-15 ਸਾਲ ਹੋ ਗਏ ਗ੍ਰੈਜੂਏਟ ਹੋਏ ਨੂੰ, ਗ੍ਰੀਨ ਕਾਰਡ ਦਾ ਉਹਨਾਂ ਦਾ ਪ੍ਰੋਸੈਸ ਲਟਕਿਆ ਹੋਇਆ ਹੈ। ਚਲੋ ਇਹ ਤਾਂ ਪੜ੍ਹਾਈ ਦੀ ਗੱਲ ਰਹੀ। ਫਿਰ ਇੰਡੀਆ ਆ ਕੇ ਜਦ ਮਤਲਬ ਕਿਉਂਕਿ ਅਸੀਂ ਓਰੀਜਨਲੀ ਫੈਮਿਲੀ ਸਾਡੀ ਖੇਤੀਬਾੜੀ ਬੈਕਗਰਾਊਂਡ ਨਾਲ ਐਸੋਸੀਏਟਡ ਹੈਗੀ ਹੈ, ਰਹੀ ਹੈ, ਅਤੇ ਸਾਡਾ ਪਿੰਡ ਬਾਗਾ ਪਿੰਡ ਹੈ, ਡਿਸਟ੍ਰਿਕਟ ਹੁਸ਼ਿਆਰਪੁਰ, ਗੜਦੀਵਾਲਾ ਦੇ ਨੇੜੇ ਸਾਡਾ ਪਿੰਡ ਹੈਗਾ। ਅਤੇ ਉਹ ਇੱਥੋਂ ਚੰਡੀਗੜ੍ਹ ਤੋਂ 4 ਘੰਟੇ ਦਾ ਰਸਤਾ ਹੈਗਾ। ਅਤੇ ਜਦ ਲੋਕਡਾਊਨ ਸ਼ੁਰੂ ਹੋਇਆ ਅਤੇ ਮੈਂ ਆਪਣੇ ਫਾਦਰ ਸਾਹਿਬ ਨਾਲ ਵੀ ਡਿਸਕਸ ਕਰਿਆ ਕਿ ਸਾਨੂੰ ਚੰਡੀਗੜ੍ਹ ਦੇ ਨੇੜੇ ਕੁਛ ਅਗਰ ਛੋਟੀ ਜ਼ਮੀਨ ਮਿਲ ਜਾਏ, ਅਗਰ ਅਸੀਂ ਕਰੀਏ ਕੁਛ, ਕਿਉਂਕਿ ਉੱਥੇ ਸਾਡੇ ਪਿੰਡ ਜਾਣਾ 4 ਘੰਟੇ ਦਾ ਰਸਤਾ ਅਸੀਂ ਜ਼ਿਆਦਾ ਫਰੀਕੁਐਂਟਲੀ ਜਾ ਨਹੀਂ ਸਕਦੇ ਸੀ, ਪ੍ਰੈਕਟੀਕਲ ਨਹੀਂ ਸੀਗਾ। ਅਤੇ ਔਰ ਅਸੀਂ ਅਗਰ ਉੱਥੇ ਕੁਛ ਮਤਲਬ ਆਪਣੀ ਫੈਮਿਲੀ ਦੀ ਰਿਕੁਆਇਰਮੈਂਟ ਵਾਸਤੇ ਕੋਈ ਸਬਜ਼ੀਆਂ ਫਰੂਟ ਲਗਾਉਂਦੇ ਹੈ ਤਾਂ ਜ਼ਿਆਦਾ ਫਰੀਕੁਐਂਟਲੀ ਆਪਾਂ ਜਾ ਨਹੀਂ ਸਕਦੇ ਸੀ ਹੁਸ਼ਿਆਰਪੁਰ। ਅਤੇ ਫਿਰ ਇਸ ਕਰਕੇ ਅਸੀਂ ਇੱਥੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ 'ਚ ਬਡਾਲੀ ਇੱਕ ਛੋਟਾ ਜਿਹਾ ਟਾਊਨ ਹੈ, ਉਹਦੇ ਨੇੜੇ ਘੇਲ ਪਿੰਡ ਹੈਗਾ, ਅਤੇ ਉਹ ਘੇਲ ਪਿੰਡ 'ਚ ਅਸੀਂ ਇੱਕ ਏਕੜ ਦੀ ਜ਼ਮੀਨ ਲਈ ਅਤੇ ਉੱਥੇ ਆਪਾਂ ਨੇ ਇੱਕ ਮਾਡਲ ਆਰਗੈਨਿਕ ਫਾਰਮ ਸੈਟਅਪ ਕਰਿਆ। ਅਤੇ ਮੇਨ ਮਕਸਦ ਸਾਡਾ ਇਹ ਫਾਰਮ ਦੇ ਪਿੱਛੇ ਇਹ ਸੀਗਾ ਕਿ ਜਦ ਅਸੀਂ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਕਰਦੇ ਸੀਗੇ ਅਤੇ ਅਸੀਂ ਇਹ ਰਿਅਲਾਈਜ਼ ਕਰਿਆ ਕਿ ਸਾਰੇ ਕਿਸਾਨ ਪੰਜਾਬ 'ਚ ਮੋਸਟਲੀ ਜਿਸ ਤਰ੍ਹਾਂ ਵੀਟ ਔਰ ਰਾਈਸ, ਕਣਕ ਝੋਨੇ ਦੀ ਖੇਤੀ ਹੀ ਕਰਦੇ ਹੈ। ਅਤੇ ਕਣਕ ਝੋਨੇ ਦੀ ਜਿਹੜੀ ਖੇਤੀ ਹੈ, ਅਗਰ ਉਸ ਦੀ ਸਾਲ ਦੀ ਕਮਾਈ ਅਗਰ ਦੇਖੀ ਜਾਏ ਤਾਂ MSP ਦੇ ਹਿਸਾਬ ਨਾਲ ਲਗਭਗ 95,000 ਤੋਂ 1 ਲੱਖ ਦੇ ਵਿੱਚ ਉਹਨਾਂ ਦੀ 1 ਏਕੜ 'ਚੋਂ ਕਮਾਈ ਹੁੰਦੀ ਹੈ। ਅਤੇ ਉਹ ਜਿਹੜੀ ਕਮਾਈ ਹੈ ਉਹ ਉਹਨਾਂ ਦੇ ਪਰਿਵਾਰ ਦੇ ਜ਼ਰੂਰਤਾਂ ਵਾਸਤੇ ਉਹ ਪੂਰੀਆਂ ਨਹੀਂ ਕਰ ਸਕਦੇ ਉਸ ਕਮਾਈ ਤੋਂ। ਦੂਸਰੀ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਮੱਸਿਆ ਜੋ ਦੇਖੀ ਹੈ ਕਿ ਜੋ ਕੈਮੀਕਲ ਫਰਟੀਲਾਈਜ਼ਰ, ਕੈਮੀਕਲ ਪੈਸਟੀਸਾਈਡਸ ਪਾਉਂਦੇ ਹੈ ਉਹਦੇ ਵਿੱਚ ਅਤੇ ਫਸਲਾਂ ਦੇ ਵਿੱਚ ਪਾਉਂਦੇ ਹੈ, ਉਹਨਾਂ ਦੀ ਜਿਹੜੀ ਮਿੱਟੀ ਹੈ, ਸੋਇਲ ਹੈ, ਉਸ 'ਤੇ ਬਹੁਤ ਨੈਗੇਟਿਵ ਇੰਪੈਕਟ ਹੋ ਰਿਹਾ ਹੈ ਸੋਇਲ 'ਤੇ। ਫਿਰ ਉਹ ਜਿਹੜੇ ਸਾਰੇ ਕੈਮੀਕਲਸ ਹੈ ਉਹ ਲੀਚਿੰਗ ਕਰਕੇ ਉਹ ਸਾਰੇ ਗਰਾਊਂਡ ਵਾਟਰ 'ਚ ਜਾ ਕੇ ਮਿਲ ਜਾਂਦੇ ਹੈ, ਅਤੇ ਸਾਰਾ ਗਰਾਊਂਡ ਵਾਟਰ ਪੋਲਿਊਟ ਹੋ ਰਿਹਾ ਹੈ। ਪੀਣ ਵਾਸਤੇ ਉਹ ਸੂਟੇਬਲ ਨਹੀਂ ਰਹੇਗਾ ਅਗਰ ਇਹੀ ਟ੍ਰੈਂਡ ਚੱਲਦਾ ਰਿਹਾ।
ਦੂਸਰੀ ਇੱਕ ਪ੍ਰੋਬਲਮ ਅਸੀਂ ਇਹ ਦੇਖੀ ਕਿ ਜਿਹੜਾ ਕ੍ਰੌਪ ਰੈਜ਼ੀਡਿਊ ਹੈ, ਜਿਹੜਾ ਜਿਸ ਤਰ੍ਹਾਂ ਪਰਾਲੀ ਨੂੰ ਸਾੜਦੇ ਹੈ ਜਾਂ ਈਵਨ ਕਣਕ ਤੋਂ ਬਾਅਦ ਵੀ ਅੱਜ ਕੱਲ੍ਹ ਹੁਣ ਇਹ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਕਣਕ ਦੇ ਜੋ ਰੈਜ਼ੀਡਿਊ ਉਸ ਨੂੰ ਵੀ ਅੱਗ ਲਗਾ ਦਿੰਦੇ ਹੈ। ਉਸ ਨਾਲ ਇਨਵਾਇਰਮੈਂਟਲ ਪੋਲਿਊਸ਼ਨ ਦੀ ਸਾਨੂੰ ਬਹੁਤ ਪ੍ਰੋਬਲਮ ਅਸੀਂ ਦੇਖੀ ਕਿ ਉੱਥੇ ਸਾਰੇ ਕਿਸਾਨ ਮਤਲਬ ਇਸ ਟ੍ਰੈਂਡ ਦੇ ਵਿੱਚ ਪੈ ਗਏ ਹੈ ਕਿ ਹਰ ਫਸਲ ਤੋਂ ਬਾਅਦ ਉਹ ਆਪਣੀ ਜੋ ਰੈਜ਼ੀਡਿਊ ਉਸ ਨੂੰ ਅੱਗ ਲਗਾ ਦਿੰਦੇ ਹੈ। ਫਿਰ ਇਹ ਸਾਰੀਆਂ ਪ੍ਰੋਬਲਮਸ ਨੂੰ ਸਟੱਡੀ ਕਰਦੇ ਹੋਏ ਫਿਰ ਮੈਂ ਕਈ ਅਮਰੀਕਨ ਮਤਲਬ ਕਈ ਹੋਰ ਕੰਟਰੀਜ਼ ਦੀ ਯੂਨੀਵਰਸਿਟੀਆਂ ਦੇ ਵੀ ਨਾ ਮੈਂ ਐਗਰੀਕਲਚਰ ਦੇ ਰਿਲੇਟਡ ਆਨਲਾਈਨ ਕੋਰਸ ਕਰੇ। ਇੱਕ ਯੂਨੀਵਰਸਿਟੀ ਆਫ ਫਲੋਰੀਡਾ ਦਾ ਸਸਟੇਨੇਬਲ ਐਗਰੀਕਲਚਰ ਦਾ ਕੋਰਸ ਸੀਗਾ, ਉਹ ਮੈਂ ਕਰਿਆ। ਉਸ ਤੋਂ ਬਾਅਦ ਇੱਕ ਟੈਲ ਅਵੀਵ ਯੂਨੀਵਰਸਿਟੀ ਹੈ ਇਜ਼ਰਾਈਲ ਦੀ, ਉਹ ਇਜ਼ਰਾਈਲੀ ਯੂਨੀਵਰਸਿਟੀ ਦਾ ਇੱਕ ਕੋਰਸ ਸੀਗਾ ਅੰਡਰਸਟੈਂਡਿੰਗ ਪਲਾਂਟਸ ਕਰਕੇ, ਤੇ ਉਹ ਮੈਂ ਕਰਿਆ। ਉਸ ਤੋਂ ਬਾਅਦ ਇੱਕ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਹੈ, ਉਹਨਾਂ ਦਾ ਵੀ ਸਸਟੇਨੇਬਿਲਿਟੀ ਦੇ ਉੱਪਰ ਕੋਰਸ ਸੀਗਾ। ਅਤੇ ਉਹ ਕੋਰਸਿਸ ਕਰਕੇ ਮੈਨੂੰ ਹੋਰ ਇਸ ਫੀਲਡ ਦੇ ਬਾਰੇ ਨੌਲੇਜ ਹੋਈ, ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਜਿਸ ਡਾਇਰੈਕਸ਼ਨ 'ਚ ਪੰਜਾਬ ਦੇ ਕਿਸਾਨ ਜਾ ਰਹੇ ਹੈ ਉਹ ਇੱਕ ਸਸਟੇਨੇਬਲ ਅਪਰੋਚ ਨਹੀਂ ਹੈ, ਇਨਵਾਇਰਮੈਂਟ ਵਾਸਤੇ ਵੀ ਔਰ ਉਹਨਾਂ ਦੀ ਈਵਨ ਫੈਮਿਲੀ ਵਾਸਤੇ ਵੀ ਸਸਟੇਨੇਬਲ ਨਹੀਂ ਹੈ। ਅਗਰ ਉਹ ਇਸੀ ਡਾਇਰੈਕਸ਼ਨ 'ਚ ਕੰਮ ਕਰਦੇ ਰਹਿਣਗੇ, ਚੱਲਦੇ ਰਹਿਣਗੇ, ਅਤੇ ਕੁਝ ਸਾਲਾਂ ਬਾਅਦ ਉਹ ਇਨਵਾਇਰਮੈਂਟ 'ਤੇ ਵੀ ਬਹੁਤ ਨੈਗੇਟਿਵ ਇੰਪੈਕਟ ਪਏਗਾ ਅਤੇ ਮਤਲਬ ਉਹ ਪ੍ਰੋਫਿਟੇਬਲ ਤਾਂ ਹੈ ਹੀ ਨਹੀਂ ਹੈ। ਮਤਲਬ ਹੁਣ ਵੀ ਅਗਰ ਦੇਖਣ ਤਾਂ ਪ੍ਰੋਫਿਟੇਬਲ ਤਾਂ ਰਹੇ ਹੀ ਨਹੀਂ ਹੈ ਖੇਤੀ ਦਾ ਕੰਮ। ਅਤੇ ਇਹ ਸਾਰੀ ਸਮੱਸਿਆ ਨੂੰ ਜਦ ਅਸੀਂ ਐਨਾਲਾਈਜ਼ ਕਰਿਆ ਔਰ ਬਾਹਰ ਦੀ ਯੂਨੀਵਰਸਿਟੀਆਂ ਦੇ ਕੋਰਸਿਸ ਵੀ ਮੈਂ ਕਰੇ, ਅਤੇ ਮੈਂ ਸਾਰਾ ਸਟੱਡੀ ਕਰਿਆ ਕਿ ਹੋਰ ਮੁਲਕਾਂ 'ਚ ਕਿਆ ਸੋਲਿਊਸ਼ਨਸ ਲੱਭੇ ਗਏ ਹੈ ਇਹਨਾਂ ਦੇ ਸੰਬੰਧਿਤ। ਅਤੇ ਉਹਦੇ ਵਿੱਚ ਫਿਰ ਅਸੀਂ ਸਾਰੀਆਂ ਪ੍ਰੋਬਲਮਸ ਨੂੰ ਐਡਰੈਸ ਕਰਨ ਲਈ ਇੱਕ ਮਾਡਲ 1 ਏਕੜ 'ਚ ਮਾਡਲ ਫਾਰਮ ਡਿਵੈਲਪ ਕੀਤਾ। ਇਹ ਫਾਰਮ ਦੇ ਵਿੱਚ ਅਸੀਂ 3 ਮੇਨ ਸਾਡੇ ਮਕਸਦ ਹੈਗੇ ਆ। ਸਭ ਤੋਂ ਪਹਿਲਾਂ ਤਾਂ ਅਸੀਂ ਹੈ ਕਿ ਇਹਨੂੰ ਇੱਕ ਆਰਗੈਨਿਕ ਜਾਂ ਜੈਵਿਕ ਖੇਤੀ ਵੱਲ ਮਤਲਬ ਅਸੀਂ ਇੱਕ ਵੈਂਚਰ ਇਹਨੂੰ ਸ਼ੁਰੂ ਕਰਿਆ, ਅਤੇ ਅਸੀਂ ਜੈਵਿਕ ਖੇਤੀ ਨੂੰ ਇਸ ਇਲਾਕੇ 'ਚ ਹੋਰ ਪੋਪੂਲਰ ਕਰਨ ਵਾਸਤੇ ਅਸੀਂ ਇਹ ਇੱਕ ਇਨੀਸ਼ੀਏਟਿਵ ਕਰਿਆ ਹੈ। ਬਿਕੋਜ਼ ਪੰਜਾਬ 'ਚ ਜਿਸ ਤਰ੍ਹਾਂ ਅਗਰ ਦੇਖੀਏ ਤਾਂ ਆਰਗੈਨਿਕ ਫਾਰਮਿੰਗ ਦਾ ਟ੍ਰੈਂਡ ਚਲੋ ਸ਼ੁਰੂ ਹੋ ਰਿਹਾ ਹੈ, ਪਰ ਇੰਨੇ ਜ਼ਿਆਦਾ ਨਹੀਂ ਹੈ। ਅਗਰ ਹੋਰ ਸਟੇਟਸ ਦੇ ਕੰਪੈਰੀਜ਼ਨ 'ਚ ਦੇਖੀਏ, ਜਿਵੇਂ ਸਿੱਕਿਮ ਸਟੇਟ ਹੈ, ਪੂਰਾ ਆਰਗੈਨਿਕ ਸਟੇਟ ਕਨਵਰਟ ਹੋ ਚੁੱਕਿਆ ਹੈ। ਪਰ ਮਤਲਬ ਜਿਵੇਂ ਮਿਸਟਰ ਚੈਂਬਲਿੰਗ ਜਿਹੜੇ ਜਿਨ੍ਹਾਂ ਨੇ ਮੇਰੇ ਖਿਆਲ 2013 'ਚ ਸ਼ਾਇਦ ਮੈਨੂੰ ਐਗਜ਼ੈਕਟ ਨਹੀਂ ਪਤਾ, ਬਟ ਉਹਨਾਂ ਨੇ ਲਾਅ ਹੀ ਬਣਾਤਾ ਸੀ ਵੀ ਜਿਹੜਾ ਬੰਦਾ ਇਹਨੂੰ ਯੂਜ਼ ਕਰੇਗਾ ਪੈਸਟੀਸਾਈਡ ਹੀ ਵਿਲ ਪੁੱਟ ਇਨ ਦਾ ਜੇਲ। ਇਹ ਮਤਲਬ ਕ੍ਰਿਮੀਨਲ ਅਫੈਂਸ ਆ ਉੱਥੇ, ਉਮਰ ਕੈਦ ਦੀ ਸਜ਼ਾ ਉੱਥੇ। ਅਤੇ ਮੇਰੇ ਹਿਸਾਬ ਸਿਰ ਤਾਂ ਹੋਰਾਂ ਸਟੇਟਾਂ ਨੂੰ ਵੀ ਲਾਗੂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਇੱਕ ਸਾਡੇ ਲਈ ਇੱਕ ਬੜੀ ਕੀ ਕਹਿੰਦੇ ਆ ਵੀ ਇੱਕ ਸਾਨੂੰ ਬਹੁਤ ਸਾਰੀ ਡਿਜ਼ੀਜ਼ ਦਾ ਕਾਰਨ ਬਣਦੀ ਹੈ। ਅਤੇ ਜ਼ਮੀਨ ਜ਼ਹਿਰੀਲੀ ਹੋ ਰਹੀ ਹੈ, ਉਹ ਜਿਵੇਂ ਤੁਸੀਂ ਦੱਸਿਆ ਕਿ ਲੈਚਿੰਗ ਨਾਲ ਥੱਲੇ ਵਾਟਰ ਲੈਵਲ ਜਿਹੜਾ ਸਾਡਾ ਉਹ ਹੋ ਰਿਹਾ ਖਰਾਬ। ਇਟਸ ਗੁੱਡ, ਪਲੀਜ਼ ਹੋਰ। ਅਤੇ ਜਿਸ ਤਰ੍ਹਾਂ ਹੋਰ ਸਟੇਟ 'ਚ ਚਲੋ ਆਰਗੈਨਿਕ ਫਾਰਮਿੰਗ ਦਾ ਕਾਫੀ ਟਰੈਂਡ ਹੈਗਾ, ਪੰਜਾਬ ਵਿੱਚ ਇੰਨਾ ਪੋਪੂਲਰ ਨਹੀਂ ਹੋਇਆ। ਅਤੇ ਇੱਕ ਗਵਰਨਮੈਂਟ ਆਫ ਇੰਡੀਆ ਦੀ ਇੱਕ ਸਕੀਮ ਆਉਂਦੀ ਹੈ, ਪਾਰਟੀਸਿਪੇਟਰੀ ਗਰੰਟੀ ਸਕੀਮ ਹੈਗਾ, ਜਿਹੜੀ ਆਰਗੈਨਿਕ ਸਰਟੀਫਿਕੇਸ਼ਨ ਕਰਦੇ ਆ ਉਹ। ਅਤੇ ਉਹ ਸਕੀਮ ਦਾ ਇਸ ਤਰ੍ਹਾਂ ਹੈਗਾ ਕਿ ਮਤਲਬ 5 ਕਿਸਾਨ ਜਾਂ 5 ਤੋਂ ਵੱਧ ਕਿਸਾਨ ਮਤਲਬ ਮਿਲ ਕੇ ਇੱਕ ਗਰੁੱਪ ਬਣਾ ਸਕਦੇ ਆ, ਅਤੇ ਉਹ ਗਰੁੱਪ ਇੱਕ ਲੋਕਲ ਗਰੁੱਪ ਜਾਂ ਲੋਕਲ ਬਾਡੀ ਬਣ ਜਾਂਦੀ ਹੈ। ਅਤੇ ਉਹ ਆਪਣਾ ਇੱਕ ਦੂਸਰੇ ਦਾ ਚੈੱਕ ਰੱਖਦੇ ਆ ਕਿ ਉਸ 'ਚ ਕੋਈ ਕੈਮੀਕਲ ਤਾਂ ਨਹੀਂ ਇਸਤੇਮਾਲ ਕਰ ਰਿਹਾ ਹੈ ਆਪਣੀ ਫਸਲਾਂ 'ਚ, ਪੈਸਟੀਸਾਈਡ ਤਾਂ ਨਹੀਂ ਯੂਜ਼ ਕਰ ਰਿਹਾ ਹੈ। ਔਰ ਉਹ ਲੋਕਲ ਜਿੰਨੇ ਵੀ ਗਰੁੱਪਸ ਹੈ ਸਟੇਟ ਲੈਵਲ 'ਤੇ, ਉਹਦੇ ਉੱਪਰ ਇੱਕ ਰੀਜਨਲ ਬਾਡੀ ਹੁੰਦੀ ਹੈ। ਜਿਸ ਤਰ੍ਹਾਂ ਪੰਜਾਬ 'ਚ ਖੇਤੀ ਵਿਰਾਸਤ ਮਿਸ਼ਨ ਕਰਕੇ ਇੱਕ ਰੀਜਨਲ ਬਾਡੀ ਹੈ, ਹਾਂਜੀ ਜੈਤੋਂ ਤੋਂ ਹੈਗੀ ਹੈ। ਅਤੇ ਜਦ ਮੈਂ ਆਪਣੇ ਡਿਸਟ੍ਰਿਕਟ 'ਚ ਇੱਥੇ ਫਤਿਹਗੜ੍ਹ ਡਿਸਟ੍ਰਿਕਟ 'ਚ ਦੇਖਿਆ ਕਿ ਚਲੋ ਅਸੀਂ ਵੀ ਇੱਕ ਆਰਗੈਨਿਕ ਜਾਂ ਜੈਵਿਕ ਖੇਤੀ ਵਾਲਾ ਉਪਰਾਲਾ ਸ਼ੁਰੂ ਕੀਤਾ ਹੈ, ਅਤੇ ਮੈਂ ਵੀ ਆਪਣਾ ਫਾਰਮ ਸਰਟੀਫਾਈ ਕਰਾਵਾਂ, ਤਾਂ ਦੇਖਾਂ ਕਿ ਹੋਰ ਲੋਕਲ ਗਰੁੱਪਸ ਕਿਹੜੇ ਬਣੇ ਹੋਏ ਹੈ। ਅਤੇ ਮੈਨੂੰ ਪੂਰੇ ਡਿਸਟ੍ਰਿਕਟ 'ਚ ਇੱਕ ਵੀ ਗਰੁੱਪ ਨਹੀਂ ਮਿਲਿਆ ਜਿਹੜਾ ਕਿ ਆਰਗੈਨਿਕ, ਜਾਂ ਇੱਕ ਵੀ ਫਾਰਮਰ ਨਹੀਂ ਮਿਲਿਆ ਜਿਹੜੇ ਆਰਗੈਨਿਕ ਫਾਰਮਿੰਗ ਕਰਦਾ ਹੈ ਔਰ ਉਹਨਾਂ ਨੇ ਇਹ ਸਕੀਮ 'ਚ ਬੈਨੀਫਿਟ ਲਿਆ ਹੋਵੇ। ਅਤੇ ਇਹ ਮੈਨੂੰ ਬੜਾ ਸ਼ੌਕਿੰਗ ਲੱਗਿਆ ਕਿ ਮਤਲਬ ਇਸ ਜੋ ਕਨਵੈਨਸ਼ਨਲ ਜਾਂ ਰਿਵਾਇਤੀ ਖੇਤੀ ਵੱਲ ਸਾਰੇ ਲੱਗੇ ਹੋਏ ਹੈ, ਔਰ ਉਹ ਜਿਹੜਾ ਅਪਰੋਚ ਹੈ ਉਹ ਨੀਦਰ ਇਨਵਾਇਰਮੈਂਟ ਲਈ ਸਸਟੇਨੇਬਲ ਹੈ, ਨੌਰ ਉਹਨਾਂ ਲਈ ਜਿਹੜੀ ਉਹਨਾਂ ਦੀ ਫੈਮਿਲੀ ਦੀ ਰਿਕੁਆਇਰਮੈਂਟਸ ਹੈ ਉਹ ਪੂਰੀਆਂ ਕਰ ਸਕਦਾ ਹੈ। ਅਤੇ ਇਹ ਸਾਰੀ ਜੋ ਪ੍ਰੋਬਲਮਸ ਅਸੀਂ ਸਾਰੀ ਸਟੱਡੀ ਕਰੀਆਂ, ਕਿਸਾਨਾਂ ਨਾਲ ਗੱਲਬਾਤ ਕਰੀ, ਔਰ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਫਿਰ ਅਸੀਂ ਇਹ ਸਸਟੇਨੇਬਲ ਬਾਇਓਡਾਇਵਰਸ ਜਿਸ ਤਰ੍ਹਾਂ ਆਰਗੈਨਿਕ ਫਾਰਮ ਬਣਾਇਆ। ਇਹਦੇ ਵਿੱਚ ਸਾਡੀ 3 ਮੇਨ ਚੀਜ਼ਾਂ ਹੈਗੀਆਂ। ਇੱਕ ਤਾਂ ਆਰਗੈਨਿਕ ਫਾਰਮਿੰਗ ਜਾਂ ਜੈਵਿਕ ਖੇਤੀ ਲਈ ਜੋ ਵੀ ਸਾਨੂੰ ਚੀਜ਼ਾਂ ਚਾਹੀਦੀਆਂ ਸੀਗੀਆਂ ਕਿ ਉਹ ਅਸੀਂ ਕਰੀਆਂ ਉਹਦੇ ਵਿੱਚ। ਦੂਸਰੀ ਗੱਲ ਹੈ ਸੈਲਫ ਸਫੀਸ਼ੈਂਸੀ, ਆਤਮ ਨਿਰਭਰਤਾ। ਮਤਲਬ ਕਿ ਅਗਰ ਫਾਰਮਰ ਜਾਂ ਕਿਸਾਨ ਹੈਗੇ ਉਹ ਆਪਣੇ ਫੈਮਿਲੀ ਦੀ ਕੰਜ਼ੰਪਸ਼ਨ ਵਾਸਤੇ ਉੱਥੋਂ 1 ਏਕੜ 'ਚੋਂ ਕਿੰਨਾ ਪ੍ਰੋਡਿਊਸ ਕਰ ਸਕਦੇ ਹਾਂ ਇਕਨੋਮਿਕਲੀ ਯੀਲਡ, ਹਾਂਜੀ, ਅਤੇ ਆਤਮ ਨਿਰਭਰ ਹੋ ਸਕਦੇ ਹਾਂ ਕਿ ਨਹੀਂ, ਸੈਲਫ ਸਫੀਸ਼ੈਂਸੀ ਅਚੀਵ ਕਰ ਸਕਦੇ ਹਾਂ ਕਿ ਨਹੀਂ 1 ਏਕੜ 'ਚੋਂ। ਤੀਸਰੀ ਗੱਲ ਹੈ ਇਨਵਾਇਰਮੈਂਟਲੀ ਸਸਟੇਨੇਬਿਲਿਟੀ, ਕਿਉਂਕਿ ਜੋ ਕਰੰਟ ਜਿਸ ਤਰ੍ਹਾਂ ਟ੍ਰੈਂਡ ਹੈ
ਅਗਰ ਆਪਾਂ ਦੇਖੀਏ ਕਿ ਜਿਸ ਤਰ੍ਹਾਂ ਝੋਨਾ ਲਗਾਉਂਦੇ ਹੈ ਤੇ ਉਹ ਜਿਹੜਾ ਗਰਾਊਂਡ ਵਾਟਰ 'ਤੇ ਸਾਰੀ ਡਿਪੈਂਡੈਂਸ ਹੈ ਪੰਜਾਬ ਦੀ, ਅਤੇ ਉਹ ਗਰਾਊਂਡ ਵਾਟਰ ਦਾ ਆਪਣਾ ਵਾਟਰ ਟੇਬਲ ਐਵਰੀ ਈਅਰ ਆਪਾਂ ਦੇਖ ਰਹੇ ਹਾਂ ਕਿ ਕੁਝ ਫੁੱਟ ਨੀਚੇ ਜਾਂਦਾ ਜਾ ਰਿਹਾ ਹੈ। ਅਤੇ ਇਨਫੈਕਟ ਇਸ ਦੇ ਉੱਪਰ ਨਾ ਇੱਕ ਮੈਂ ਰਿਸਰਚ ਪੇਪਰ ਵੀ ਲਿਖਿਆ ਸੀਗਾ, ਯੂਨੀਵਰਸਿਟੀ ਆਫ ਜਦ ਫਲੋਰੀਡਾ ਦਾ ਮੈਂ ਕੋਰਸ ਕਰਿਆ, ਉਹਨਾਂ ਦਾ ਨਾ ਇੱਕ ਰਿਸਰਚ ਪ੍ਰੋਜੈਕਟ ਸੀਗਾ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਣੇ ਸਟੇਟ ਦੇ ਸੰਬੰਧ ਵਿੱਚ ਤੁਸੀਂ ਜੋ ਵੀ ਸਮੱਸਿਆ ਹੈਗਾ ਉਹਨੂੰ ਸਟੱਡੀ ਕਰੋ, ਉਹਦੇ ਵਿੱਚ ਦੇਖੋ ਕਿ ਹੋਰ ਸਾਇੰਟਿਸਟ ਨੇ ਕਿਆ ਕਰਿਆ ਹੋਇਆ। ਅਤੇ ਮੈਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਪਰ ਇੱਕ ਸਟੱਡੀ ਕੀਤੀ, ਫਿਰ ਮੈਂ ਦੇਖਿਆ ਕਿ ਕਈ ਪੇਪਰਸ ਲਿਖੇ ਹੋਏ ਸੀਗੇ, ਈਵਨ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵੀ ਇਹੀ ਸਮੱਸਿਆ ਹੈਗੀ ਗਰਾਊਂਡ ਵਾਟਰ ਡਿਪਲੀਸ਼ਨ ਦੀ। ਅਤੇ ਇਹਦੇ ਵਿੱਚ ਫਿਰ ਮੈਂ ਉਹ ਕਾਫੀ ਪੇਪਰਸ ਪੜ੍ਹ ਕੇ ਫਿਰ ਮੈਂ ਆਪਣਾ ਇੱਕ ਰਿਸਰਚ ਪੇਪਰ ਵੀ ਲਿਖਿਆ ਸੀ, ਅਤੇ ਇੱਕ ਜਸਟ ਐਗਰੀਕਲਚਰ ਕਰਕੇ ਇੱਕ ਮੈਗਜ਼ੀਨ ਆਉਂਦਾ, ਉਹਦੇ ਵਿੱਚ ਉਹ ਪਬਲਿਸ਼ ਕਰਵਾਇਆ ਸੀ। ਅਤੇ ਉਹਦੇ ਵਿੱਚ ਮੈਂ ਇਹੀ ਗੱਲ ਕਰੀ ਹੈ ਕਿ ਗਰਾਊਂਡ ਵਾਟਰ ਜਿਸ ਰੇਟ 'ਤੇ ਆਪਾਂ ਐਕਸਟਰੈਕਟ ਕਰ ਰਹੇ ਹਾਂ ਝੋਨੇ ਵਾਸਤੇ, ਉਹ ਸਸਟੇਨੇਬਲ ਨਹੀਂ ਹੈ। ਔਰ ਪੰਜਾਬ ਜੋ ਵੀ ਝੋਨਾ ਪ੍ਰੋਡਿਊਸ ਕਰ ਰਿਹਾ ਹੈ, ਉਹ ਝੋਨਾ ਸਾਰਾ ਪੰਜਾਬ ਆਪ ਖੁਦ ਤਾਂ ਕੰਜ਼ਿਊਮ ਨਹੀਂ ਕਰਦੇ ਇੱਥੇ, ਉਹ ਸਾਰਾ ਐਕਸਪੋਰਟ ਕਰਦਾ ਹੈ ਜਾਂ ਹੋਰ ਸਟੇਟਸ ਨੂੰ ਦਿੰਦਾ ਹੈ। ਉਹ ਵੀ ਮੇਰੇ ਖਿਆਲ ਹੋਰ ਸਟੇਟਾਂ ਦੀ ਵੀ ਰਿਕੁਆਇਰਮੈਂਟ ਘਟ ਗਈ, ਹਾਂਜੀ। ਜਿਹੜੇ ਕੇਰਲਾ ਸਾਈਡ ਆ ਉੱਥੇ ਝੋਨਾ ਆਪ ਹੀ ਲਾਉਣ ਲੱਗੇ ਨੇ ਹੁਣ, ਜਿਹੜੇ ਸਾਡੇ ਇਧਰੋਂ ਜਾਂਦਾ ਸੀ ਉਹ ਸਾਡੇ ਗੋਦਾਮਾਂ 'ਚ ਹੀ ਪਿਆ ਜੀ, ਰਹਿੰਦਾ ਮੇਰਾ। ਅਤੇ ਮੈਕਸਿਮਮ ਝੋਨਾ ਆਪਣੇ ਗੋਦਾਮਾਂ 'ਚ ਪਿਆ ਰਹਿ ਜਾਂਦਾ ਹੈ, ਔਰ ਫਿਰ ਕੁਝ ਸਾਲਾਂ ਬਾਅਦ ਉਹ ਖਰਾਬ ਹੋ ਜਾਂਦਾ ਹੈ। ਅਤੇ ਜਿਸ ਚੀਜ਼ ਦੀ ਹੁਣ ਸਾਡੇ ਕੰਟਰੀ 'ਚ ਹਜੇ ਘੱਟ ਰਿਕੁਆਇਰਮੈਂਟ ਹੈ, ਦੇਖੋ ਹੁਣ ਸਭ ਤੋਂ ਜ਼ਿਆਦਾ ਸ਼ਾਰਟੇਜ ਇਸ ਟਾਈਮ 'ਤੇ ਜਦ ਕਿ ਯੂਕਰੇਨ ਰਸ਼ੀਆ ਦੀ ਵਾਰ ਚੱਲ ਰਹੀ ਹੈ, ਐਡੀਬਲ ਆਇਲ ਜਾਂ ਕੁਕਿੰਗ ਆਇਲ ਦੀ ਸ਼ਾਰਟੇਜ ਚੱਲ ਰਹੀ ਹੈ ਬਹੁਤ ਜ਼ਿਆਦਾ ਕੰਟਰੀ ਦੇ ਵਿੱਚ। ਅਤੇ ਕਿਉਂ ਨਾ ਆਪਾਂ ਕਨਵੈਨਸ਼ਨਲ ਜਾਂ ਜੋ ਵੀਟ ਰਾਈਸ ਦੀ ਮੋਨੋਕਲਚਰ ਅਡੋਪਟ ਕਰ ਰਹੇ ਹੈ ਫਾਰਮਰਸ, ਉਸ ਤੋਂ ਹਟ ਕੇ ਐਡੀਬਲ ਆਇਲਸ ਵੱਲ ਕਿਉਂ ਨਹੀਂ ਸ਼ਿਫਟ ਕਰਦੇ, ਜਾਂ ਗਵਰਨਮੈਂਟ ਨੂੰ ਅਗਰ ਉਹ ਕੁਝ ਇਨਸੈਂਟਿਵ ਦੇਣ ਫਾਰਮਰਸ ਨੂੰ ਕਿ ਇੱਕ ਡਿਸਟ੍ਰਿਕਟ ਦੇ ਵਿੱਚ ਜਿਸ ਤਰ੍ਹਾਂ ਕਣਕ ਨੂੰ ਛੱਡ ਕੇ ਇੱਕ ਸੀਜ਼ਨ ਦੇ ਵਿੱਚ ਸਾਰੀ ਸਰੋਂ ਹੀ ਲਗਾ ਦਿੱਤੀ ਜਾਏ, ਅਤੇ ਆਪਣੀ ਜੋ ਕੰਟਰੀ ਦੀ ਐਡੀਬਲ ਆਇਲਸ ਦੀ ਜੋ ਰਿਕੁਆਇਰਮੈਂਟ ਹੈ, ਸ਼ਾਰਟੇਜ ਹੈ, ਜੋ ਕਿ ਮੈਕਸਿਮਮ 90% ਅਸੀਂ ਇੰਪੋਰਟ ਕਰਦੇ ਹਾਂ, ਔਰ ਵਾਰ ਕਰਕੇ ਸਪਲਾਈ ਚੇਨ ਸਾਰੀ ਡਿਸਰਪਟ ਹੋਣ ਕਰਕੇ ਉਹਦੀ ਪ੍ਰਾਈਸਿਸ ਵੀ ਕਾਫੀ ਰਾਈਜ਼ ਹੋ ਗਏ ਹਨ, ਅਤੇ ਉਹ ਸਾਰੀ ਚੀਜ਼ਾਂ ਆਪਣਾ ਸੋਲਵ ਕਰ ਸਕਦੇ ਹਾਂ। ਜੋ ਚੀਜ਼ ਆਲਰੇਡੀ ਐਕਸੈਸ ਦੇ ਵਿੱਚ ਹੈਗੀ ਆਪਣੇ ਕੋਲ, ਉਸ ਚੀਜ਼ ਨੂੰ ਨਾ ਲਗਾਉਂਦੇ ਹੋਏ ਆਪਣਾ ਕੰਟਰੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਗਰ ਗਵਰਨਮੈਂਟ ਵੀ ਇਨਸੈਂਟੀਵਾਈਜ਼ ਕਰੇ ਕਿ ਜੋ ਵੀ ਫੂਡ ਦੀ ਸ਼ਾਰਟੇਜ ਹੈ ਉਹ ਆਪਣਾ ਇੱਥੋਂ ਮੀਟ ਕਰ ਸਕਦੇ ਹਾਂ। ਔਰ ਪੰਜਾਬ ਦੀ ਸੋਇਲ ਔਰ ਜੋ ਕਲਾਈਮੇਟ ਹੈ ਬਹੁਤ ਜ਼ਿਆਦਾ ਸੂਟੇਬਲ ਹੈ, ਮਤਲਬ ਅਗਰ ਅਸੀਂ ਆਇਲ ਸੀਡਸ ਲੈ ਲੈਂਦੇ ਹੈ, ਸਰੋਂ ਲੈ ਲੈਂਦੇ ਹੈ, ਜਾਂ ਫਿਰ ਤਿਲ ਹੈ, ਜਾਂ ਸਨਫਲਾਵਰ ਹੈ, ਜਾਂ ਫਿਰ ਜੋ ਵੀ ਦਾਲਾਂ ਹੈਗੀਆਂ, ਉਹ ਸਾਰੇ ਸੋਇਲ ਔਰ ਕਲਾਈਮੇਟ ਇਜ਼ ਪਰਫੈਕਟ ਟੂ ਗਰੋ ਸੱਚ ਕ੍ਰੌਪਸ। ਅਤੇ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਕਣਕ ਔਰ ਝੋਨਾ ਹੀ ਲੱਗ ਸਕਦਾ ਹੈ ਪੰਜਾਬ ਦੇ ਵਿੱਚ, ਆਪਣੀ ਮਿੱਟੀ ਬਹੁਤ ਹੀ ਜ਼ਿਆਦਾ ਫਰਟਾਈਲ ਹੈ। ਅਤੇ ਥੋੜ੍ਹਾ ਜਿਹਾ ਅਗਰ ਇਨਸੈਂਟਿਵ ਕਿਸਾਨਾਂ ਨੂੰ ਮਿਲ ਜਾਂਦਾ ਹੈ, ਜਾਂ ਤਾਂ MSP ਦੇ ਰੂਪ ਦੇ ਵਿੱਚ ਜਾਂ ਫਿਰ ਪ੍ਰੋਕਿਉਰਮੈਂਟ ਗਾਰੰਟੀ ਦੇ ਰੂਪ ਦੇ ਵਿੱਚ ਅਗਰ ਇਨਸੈਂਟਿਵ ਮਿਲੇ, ਤੇ ਕੰਟਰੀ ਲੈਵਲ ਤੇ ਵੀ ਸੈਲਫ ਸਫੀਸ਼ੀਐਂਸੀ ਅਚੀਵ ਕਰ ਸਕਦੇ ਨੇ। ਜਿਹੜੀਆਂ ਤੁਸੀਂ ਆ ਦਸੀਆਂ ਦੋ ਚੀਜ਼ਾਂ ਦਸੀਆਂ ਵੀ ਸਰੋਂ ਤੇ ਹੋ ਗਈ ਜਾਂ ਕੋਈ ਜਿਹੜੀ ਸਰੋਂ ਹੋ ਗਈ ਤੇ ਹਲਦੀ ਹੋ ਗਈ, ਇਹ ਚੀਜ਼ਾਂ ਵੀ ਬੜੀਆਂ ਬੈਨੀਫੀਸ਼ੀਅਲ ਹੈਗੀਆਂ ਔਰ ਅੱਛੇ ਰੇਟ ਤੇ ਮਾਰਕੀਟ ਦੇ ਵਿੱਚ ਵਿਕਦੀਆਂ ਹੈ। ਸਾਡੀ ਇੱਥੇ ਹੀ ਬੜੀ ਉਹਦੀ ਡਿਮਾਂਡਸ ਹੈਗੀ ਹੈ, ਤੇ ਇਹ ਦੋ ਚੀਜ਼ਾਂ ਕਾਫੀ ਉਹਨਾਂ ਨੂੰ ਸਪੋਰਟ ਕਰ ਸਕਦੀਆਂ ਫਾਰਮਰਸ ਨੂੰ। ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਗਬਾਨੀ 20 ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਫਲ ਫਰੂਟ ਜਿਹੜੇ ਹੈਗੇ। ਅੱਛਾ, ਇੱਕ ਛੋਟਾ ਜਿਹਾ ਕੰਟਰੀ ਹੈ ਵਰਲਡ 'ਤੇ, ਜਾਪਾਨ ਜਿਹਦਾ ਨਾਮ ਹੈ, ਉਹਨਾਂ ਦੇ ਬਾਰੇ ਮੈਂ ਸੁਣਿਆ ਵੀ ਉਹਨਾਂ ਦੇ ਕੋਲ ਇੰਨੀ ਜ਼ਮੀਨ ਵੀ ਨਹੀਂ ਕਲਟੀਵੇਸ਼ਨ ਦੇ ਅਕੋਰਡਿੰਗਲੀ, ਉਹਦੇ ਬਾਵਜੂਦ ਵੀ ਉਹ ਆਪਣੇ ਸਾਰੀ ਜਿਹੜੀ ਰਿਕੁਆਇਰਮੈਂਟ ਪੂਰੀ ਕਰਦੇ। ਉਹ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ। ਇਸ ਤਰ੍ਹਾਂ ਸੀ ਵੀ ਅਸੀਂ ਜੋ ਉਹਦੇ ਬਾਰੇ ਸਟੱਡੀ ਕੀਤਾ ਵੀ ਜਾਪਾਨ ਕੋਲ ਲੈਂਡ ਜਿਹੜੀ ਆ ਉਹ ਉਨੀ ਅੱਛੀ ਨਹੀਂ ਹੈ ਸਾਡੇ ਪੰਜਾਬ ਦੀ ਤਰ੍ਹਾਂ, ਵੀ ਬਿਲਕੁਲ ਬੜੀ ਫਰਟਾਈਲ ਲੈਂਡ ਆ। ਉਹਨਾਂ ਕੋਲ ਛੋਟੇ ਛੋਟੇ ਟਾਪੂ ਆ, ਆਈਸੋਲੇਟਡ ਟਾਪੂ ਆ, ਅਤੇ ਉਹਨਾਂ ਨੇ ਪਰ ਬਹੁਤ ਸਾਇੰਟੀਫਿਕਲੀ ਆਪਣੀ ਯੂਨੀਵਰਸਿਟੀ ਆਪਣੇ ਸਾਇੰਟਿਸਟਾਂ ਨਾਲ ਬੈਠ ਕੇ ਇਹ ਰਿਸਰਚ ਕੀਤੀ ਵੀ ਸਾਡੇ ਕਿਹੜੇ ਟਾਪੂ 'ਤੇ ਐਜ਼ ਪਰ ਸੋਇਲ ਕਿਹੜੀ ਚੀਜ਼ ਉੱਗ ਸਕਦੀ ਆ। ਫਿਰ ਸਾਰੇ ਟਾਪੂ ਆਇਡੈਂਟੀਫਾਈ ਕਰਕੇ ਉਹਨਾਂ ਨੇ ਇੱਕ ਆਪਣੀ ਕੰਟਰੀ ਦੀ ਟੋਟਲ ਰਿਕੁਆਇਰਮੈਂਟ ਨੂੰ ਵੀ ਆਇਡੈਂਟੀਫਾਈ ਕਰ ਲਿਆ। ਫਿਰ ਉਹਨਾਂ ਨੇ ਦੇਖ ਲਿਆ ਵੀ ਇਸ ਟਾਪੂ 'ਤੇ ਫੋਰੈਸਟਰੀ ਠੀਕ ਆ, ਇਸ ਟਾਪੂ 'ਤੇ ਚਾਵਲ ਲਗਾਉਣਾ ਠੀਕ ਆ, ਇਸ ਟਾਪੂ 'ਤੇ ਕਣਕ, ਹੋਰ ਪੋਲਟਰੀ, ਜੋ ਵੀ ਆਪਣੀ ਸਾਰੀ ਰਿਕੁਆਇਰਮੈਂਟ ਆ, ਉਹ ਉਹਨਾਂ ਨੇ ਵਰਕਆਊਟ ਕਰਕੇ ਫਿਰ ਉਹਨਾਂ ਨੇ ਕਿਸੇ ਨੂੰ ਕੋਈ ਫੋਰਸ ਨਹੀਂ ਕੀਤਾ। ਉਹਨਾਂ ਨੇ ਆਪਣੇ ਫਾਰਮਰਸ ਨੂੰ ਇਨਸੈਂਟਿਵ ਦਿੱਤਾ ਵੀ ਇਸ ਟਾਪੂ ਦੇ ਉੱਤੇ ਜਿਹੜਾ ਬੰਦਾ ਮਤਲਬ ਪੋਲਟਰੀ ਦਾ ਕੰਮ ਕਰੇਗਾ ਉਹਨੂੰ ਅਸੀਂ ਆਹ ਇਨਸੈਂਟਿਵ ਦੇਵਾਂਗੇ। ਉਹ ਆਟੋਮੈਟਿਕਲੀ ਫਾਰਮਰਸ
ਜਿਸ ਤਰ੍ਹਾਂ ਹੁਣ ਸਾਰਾ ਜਾਪਾਨ ਸੈਲਫ ਸਫੀਸ਼ੀਐਂਟ ਹੋ ਗਿਆ, ਇਸੇ ਤਰੀਕੇ ਨਾਲ ਅਸੀਂ ਆਪਣਾ ਪੰਜਾਬ ਦਾ ਇੱਕ ਮਾਡਲ ਤਿਆਰ ਕਰੀਏ, ਆਪਣਾ ਮਾਡਲ। ਉਹਦੇ ਵਿੱਚ ਸਾਡੇ ਸਾਰੇ ਏਰੀਆਜ਼ ਨੂੰ ਆਇਡੈਂਟੀਫਾਈ ਕਰਕੇ, ਉਹਨਾਂ ਦੀ ਸੋਇਲ, ਉਹਨਾਂ ਦਾ ਸਾਰਾ ਕਰਕੇ, ਤੇ ਸਾਡੇ ਸਾਇੰਟਿਸਟ ਐਗਰੀਕਲਚਰ ਯੂਨੀਵਰਸਿਟੀਆਂ ਵਾਲਿਆਂ ਨਾਲ ਰਲ ਕੇ ਇਹ ਡਿਸਾਈਡ ਕਰ ਲਿਆ ਜਾਵੇ ਪੂਰੇ ਮੈਪ ਦੇ ਉੱਪਰ ਵੀ ਇਸ ਏਰੀਆ ਦੇ ਵਿੱਚ ਕਿਹੜੀ ਚੀਜ਼ ਉੱਗ ਸਕਦੀ ਆ, ਕਿਹੜੀ ਬੈਟਰ ਉੱਗ ਸਕਦੀ ਆ। ਉਸ ਹਿਸਾਬ ਨਾਲ, ਉਸ ਮੈਪ ਦੇ ਹਿਸਾਬ ਨਾਲ ਗਵਰਨਮੈਂਟ ਇਨਸੈਂਟਿਵ ਦੇਵੇ ਫਾਰਮਰਸ ਨੂੰ ਵੀ ਇੱਥੇ ਤੁਸੀਂ ਆਹ ਚੀਜ਼ ਉਗਾਉਣੀ ਆ। ਉਹਦੇ ਨਾਲ ਫਾਰਮਰ ਆਪਣੇ ਆਪ ਹੀ ਉਹਨੂੰ ਅਡਾਪਟ ਕਰ ਲੈਣਗੇ ਜਦੋਂ ਉਹਨਾਂ ਦੀ ਮਾਰਕੀਟਿੰਗ ਅੱਛੀ ਹੋਏਗੀ। ਤੇ ਇੱਕ ਤਾਂ ਸਾਡਾ ਪੰਜਾਬ ਸੈਲਫ ਸਫੀਸ਼ੀਐਂਟ ਹੋ ਜਾਏਗਾ ਸਾਰੇ ਆਪਣੇ ਫੂਡ ਗ੍ਰੇਨਸ। ਇਸ ਤੋਂ ਬਾਅਦ ਅਗਰ ਸਾਡੇ ਕੋਲ ਜਿਹੜੀ ਚੀਜ਼ ਸਰਪਲਸ ਹੁੰਦੀ ਆ ਉਹ ਅਸੀਂ ਪੂਰੇ ਕੰਟਰੀ ਨੂੰ ਦੇ ਸਕਦੇ ਹਾਂ। ਜਿਸ ਤਰ੍ਹਾਂ ਐਡੀਬਲ ਆਇਲ ਹੁਣ ਮਤਲਬ ਬਾਹਰੋਂ ਲਿਆਉਣਾ ਪੈ ਰਿਹਾ, ਉਹ ਸਾਨੂੰ ਮਤਲਬ ਨਹੀਂ ਲਿਆਉਣਾ ਪਏਗਾ। ਤੇ ਇਹ ਮਾਡਲ ਸਾਨੂੰ ਆਪਣਾ ਇਵੋਲਵ ਕਰਨਾ ਚਾਹੀਦਾ, ਆਪਣਾ ਇਵੋਲਵ ਕਰਨਾ ਪਏਗਾ ਬੇਸਡ ਔਨ ਦੈਟ ਮਾਡਲ। ਤਾਂ ਇਸ ਤਰ੍ਹਾਂ ਫਿਰ ਸਾਡਾ ਠੀਕ ਹੋ ਜਾਏਗਾ। ਸੋ ਇਹ ਅਰਸ਼ਦੀਪ ਬਾਗਾ ਜੀ ਅਤੇ ਸਰਬਜੀਤ ਸਿੰਘ ਬਾਗਾ ਜੀ ਜਿਹੜੇ ਇਸ ਬੁੱਕ ਦੇ ਇਹ ਰਾਈਟਰ ਨੇ ਆਰਗੈਨਿਕ ਫਾਰਮਿੰਗ ਤੇ ਇਹਨਾਂ ਬਾਰੇ ਤਾਂ ਮੈਂ ਸਰ ਬਾਰੇ ਦੱਸਣਾ ਭੁੱਲ ਗਿਆ ਸੀ ਵੀ ਇਹ ਚੰਡੀਗੜ੍ਹ ਆਰਕੀਟੈਕਟ ਚੋਂ ਡਿਪਾਰਟਮੈਂਟ ਚੋਂ ਸੀਨੀਅਰ ਆਫੀਸਰ ਰਿਟਾਇਰ ਹੋਏ ਨੇ ਤੇ ਇਹਨਾਂ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਸਾਡੇ ਕਿਸਾਨਾਂ ਵਾਸਤੇ ਜਿਹੜੀ ਕਿ ਇਹ ਬਹੁਤ ਲਾਹੇਵੰਦ ਸਾਬਤ ਹੋਏਗੀ। ਤੇ ਅਸੀਂ ਤਹਿ ਦਿਲ ਤੋਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ। ਸਰ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਇੰਨੀ ਇੰਪੋਰਟੈਂਟ ਜਾਣਕਾਰੀ ਦਿੱਤੀ ਤੇ ਮਿਹਰਬਾਨੀ ਜੀ। ਥੈਂਕ ਯੂ ਸਰ।